ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਨਮਾਨਯੋਗ ਸਾਧ ਸੰਗਤ ਜੀਓ, ਅੱਜ ਦਾਸ ਪੰਥ ਦੇ ਸਰਮੋਰ ਕਥਾਵਾਚਕ ਭਾਈ ਸਾਹਿਬ ਭਾਈ ਸੰਤ ਸਿੰਘ ਜੀ ਮਸਕੀਨ, ਜਿਨ੍ਹਾਂ ਨੇ ਆਪਣੇ ਜੀਵਨ ਦੇ ਦੌਰਾਨ ਆਪਣੀਆਂ ਬੇਸ਼ੁਮਾਰ ਕਥਾ ਦੇ ਨਾਲ ਲੱਖਾਂ ਸੰਗਤਾਂ ਨੂੰ ਨਿਹਾਲ ਕਰਕੇ ਉਹਨਾਂ ਨੂੰ ਸਹੀ ਸੇਧ ਦਿੱਤੀ ਤੇ ਜਿੰਨੇ ਵੀ ਦੂਸਰੇ ਧਰਮਾਂ ਦੇ ਮੰਨਣ ਵਾਲੇ ਜਗਿਆਸੂ ਸੀਗੇ ਉਹਨਾਂ ਨੂੰ ਇਸ ਰੱਬੀ ਰਸਤੇ ਦੀ ਸਹੀ ਜਾਣਕਾਰੀ ਦੇ ਕੇ ਸਾਰਿਆਂ ਦੇ ਭਰਮ ਭੁਲੇਖੇ ਸਦਾ ਲਈ ਦੂਰ ਕਰ ਦਿੱਤੇ ਆ। ਅੱਜ ਵੀ ਮਸਕੀਨ ਜੀ ਦੀਆਂ ਜਿੰਨੀਆਂ ਵੀ ਕਥਾਵਾਂ, ਅੱਜ ਵੀ ਲੱਖਾਂ ਲੋਕੀ ਇਹਨਾਂ ਤੋਂ ਆਪਣੇ ਜੀਵਨ ਦੀ ਸਹੀ ਸੇਧ ਲੈ ਕੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜ ਰਹੀਆਂ ਹੈ। ਸੋ ਇਹੋ ਜਿਹੜੀ ਰੂਹ ਮਸਕੀਨ ਜੀ ਵਰਗੀ ਹੈ, ਇਹ ਲੱਖਾਂ ਨਹੀਂ ਕਰੋੜਾਂ ਦੇ ਵਿੱਚੋਂ ਕੋਈ ਬਿਰਲੀ ਆਉਂਦੀ ਆ। ਸੋ ਇਹੋ ਜਿਹੀ ਆਤਮਾ ਇਸ ਧਰਤੀ ਦੇ ਉੱਤੇ ਆ ਕੇ ਲੱਖਾਂ ਹੀ ਪਰਉਪਕਾਰੀ ਰੂਹਾਂ ਦਾ ਆਧਾਰ ਕਰਕੇ ਮੁੜ ਫਿਰ ਆਪਣੇ ਮੰਡਲ ਦੇ ਵਿੱਚ ਚਲੀ ਜਾਂਦੀ ਆ। ਸੋ ਆਓ ਅੱਜ ਦਾਸ ਉਹਨਾਂ ਦੇ ਜੀਵਨ ਦੇ ਵਿੱਚ ਜੋ ਉਹਨਾਂ ਨੇ ਕਥਾਵਾਂ ਦੇ ਵਿੱਚ ਵੱਡੇ ਵੱਡੇ ਚੈਲੰਜ ਜੋ ਉਹਨਾਂ ਨੂੰ ਆਏ ਸੀ, ਇਹਨਾਂ ਚੈਲੰਜਾਂ ਨੂੰ ਉਹਨਾਂ ਨੇ ਕਿਵੇਂ ਬਿਲਕੁਲ ਸਹਿਜ ਦੇ ਵਿੱਚ ਲੈ ਕੇ ਸਾਰਿਆਂ ਦੀ ਤਸੱਲੀ ਕਰਾ ਦਿੱਤੀ ਧਰਮ ਦੇ ਅੰਦਰ, ਇਹਦਾ ਅੱਜ ਤੱਕ ਕੋਈ ਜਵਾਬ ਨਹੀਂ ਹੈ ਦੁਨੀਆ ਦੇ ਅੰਦਰ। ਸੋ ਆਓ ਅੱਜ ਆਪਾਂ ਪਹਿਲਾਂ ਉਹਨਾਂ ਦੀ ਇੱਕ ਕਥਾ ਜਿਹੜੀ ਹੈ ਆਪਾਂ ਸਹਿਜ ਦੇ ਵਿੱਚ ਦੇਖ ਲੈਂਦੇ ਹਾਂ ਕਿ ਇੱਕ ਵਾਰ ਇੰਦੌਰ ਦੇ ਅੰਦਰ ਅਗਰਵਾਲ ਬਰਾਦਰੀ ਨੇ ਸਰਬ ਧਰਮ ਸੰਮੇਲਨ ਰੱਖਿਆ। ਇਸ ਸੰਮੇਲਨ ਦੇ ਵਿੱਚ ਉਹਨਾਂ ਨੇ ਵੱਡੇ ਵੱਡੇ ਧਰਮਾਂ ਦੇ ਵਿਦਵਾਨ ਬੁਲਾਏ, ਪਰ ਸਭ ਤੋਂ ਖਾਸੀਅਤ ਇਹ ਸੀ ਕਿ ਉੱਥੇ ਇੱਕ ਸਾਲੂ ਨਾਂ ਦੇ ਪ੍ਰੋਫੈਸਰ ਸੀ। ਉਹਨਾਂ ਨੇ ਇਹ ਚੈਲੰਜ ਕੀਤਾ ਸੀਗਾ ਕਿ ਇਸ ਸਰਬ ਧਰਮ ਸੰਮੇਲਨ ਦੇ ਵਿੱਚ ਜਿੰਨੇ ਵੀ ਮੁਖੀ ਵਿਚਾਰਾਂ ਰੱਖਣਗੇ ਮੈਂ ਸਾਰਿਆਂ ਦਾ ਖੰਡਨ ਕਰਾਂਗਾ ਤੇ ਸਭ ਨੂੰ ਚਿੱਤ ਕਰਕੇ ਰੱਖ ਦੇਵਾਂਗਾ। ਇਸ ਕਰਕੇ ਇਹ ਚੀਜ਼ ਖਾਸ ਕਰਕੇ ਦੇਖਣ ਵਾਸਤੇ ਬਹੁਤ ਸਾਰੀਆਂ ਸੰਗਤਾਂ ਇਸ ਸਮਾਗਮ ਦੇ ਵਿੱਚ ਪਹੁੰਚੀਆਂ। ਤਕਰੀਬਨ ਇਹਨਾਂ ਦਾ ਇਕੱਠ ਤਕਰੀਬਨ 2 ਲੱਖ ਦੇ ਕਰੀਬ ਹੋ ਗਿਆ, ਕਿਉਂਕਿ ਇੱਥੇ ਹਰੇਕ ਗੱਲ ਦਾ ਖੰਡਨ ਪ੍ਰੋਫੈਸਰ ਸਾਲੂ ਜੀ ਦੁਆਰਾ ਕਰਨਾ ਸੀਗਾ। ਇਸ ਕਰਕੇ ਇੱਥੇ ਪੁਲਿਸ ਦਾ ਵੀ ਜਿਹੜਾ ਸੀਗਾ ਉਹਨਾਂ ਟਾਈਮਾਂ ਦੇ ਵਿੱਚ ਭਾਰੀ ਬੰਦੋਬਸਤ ਕੀਤਾ ਗਿਆ ਤਾਂ ਜੋ ਕਿਸੇ ਵੀ ਪ੍ਰਕਾਰ ਦਾ ਕੋਈ ਝਗੜਾ ਹੋ ਨਾ ਸਕੇ। ਪਰ ਜਿਉਂ ਹੀ ਇਸ ਸਮਾਗਮ ਦੀ ਸ਼ੁਰੂਆਤ ਹੋਈ ਆ, ਸਭ ਤੋਂ ਪਹਿਲਾਂ ਮੁਸਲਿਮ ਧਰਮ ਦੇ ਜਿਹੜੇ ਮੁਖੀ ਸੀਗੇ, ਜਦੋਂ ਉਹਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਤਾਂ ਫਿਰ ਪ੍ਰੋਫੈਸਰ ਸਾਲੂ ਨੇ 7 ਮਿੰਟਾਂ ਦੇ ਅੰਦਰ ਹੀ ਆਪਣੀਆਂ ਦਲੀਲਾਂ ਦੇ ਨਾਲ ਉਹਨੂੰ ਚਿੱਤ ਕਰ ਦਿੱਤਾ। ਇਸੇ ਤਰ੍ਹਾਂ ਜੈਨੀ, ਬੋਧੀ, ਸਨਾਤਨ ਭਾਵ ਕਿ ਕੋਈ ਵੀ ਧਰਮ ਦਾ ਜਿਹੜਾ ਆਪਣਾ ਵਿਚਾਰ ਰੱਖਦਾ ਸੀਗਾ, ਅਤੇ ਜਿਹੜੇ ਪ੍ਰੋਫੈਸਰ ਸਾਲੂ ਜੀ ਸੀ ਹੈ ਨਾ, ਇਹ ਆਪਣੀਆਂ ਦਲੀਲਾਂ ਦੇ ਨਾਲ ਉਹਨੂੰ ਅੱਗੇ ਬੋਲਣ ਨਹੀਂ ਸੀ ਦਿੰਦੇ। ਅਤੇ ਇਹ 2 ਲੱਖ ਦਾ ਇਕੱਠ ਜਿਹੜਾ ਪ੍ਰੋਫੈਸਰ ਸਾਲੂ ਦੀਆਂ ਦਲੀਲਾਂ ਤੋਂ ਇੰਨਾ ਪ੍ਰਭਾਵਿਤ ਹੋ ਗਿਆ ਕਿ ਸਾਰੇ ਜਿਹੜੇ ਚੁੱਪ ਕਰ ਗਏ। ਹੁਣ ਜਿਹੜਾ ਆਖਰੀ ਸੀਗਾ ਉਹ ਸੀ ਸੰਤ ਸਿੰਘ ਮਸਕੀਨ ਹੋਣਾ ਦੀ ਵਾਰੀ। ਸੋ ਸੰਤ ਸਿੰਘ ਮਸਕੀਨ ਹੋਣਾ ਦੀ ਉਮਰ ਉਸ ਟਾਈਮ ਤਕਰੀਬਨ 23-24 ਸਾਲ ਦੇ ਕਰੀਬ ਸੀ। ਦੂਸਰਾ ਇਹ ਸੀ ਕਿ ਮਸਕੀਨ ਜੀ ਦੇ ਜੀਵਨ ਦਾ ਇਹ ਪਹਿਲਾ ਸਰਬ ਧਰਮ ਸੰਮੇਲਨ ਸੀਗਾ, ਜਿਹਦੇ ਵਿੱਚ ਮਸਕੀਨ ਜੀ ਨੂੰ ਸਿੱਖ ਪੰਥ ਦੇ ਵੱਲੋਂ ਉੱਥੋਂ ਭੇਜਿਆ ਗਿਆ ਸੀ ਪ੍ਰੇਮੀਆਂ ਨੇ। ਖੈਰ ਉਸ ਟਾਈਮ ਦੇ ਵਿੱਚ ਮਸਕੀਨ ਜੀ ਹੁਣਾਂ ਨੂੰ 22 ਮਿੰਟ ਦਿੱਤੇ ਗਏ, ਪਰ ਮਸਕੀਨ ਜੀ ਹੁਣਾਂ ਨੂੰ ਪਤਾ ਸੀਗਾ ਕਿ ਜਿੱਥੇ ਪ੍ਰੋਫੈਸਰ ਸਾਲੂ ਨੇ ਬਾਕੀ ਧਰਮਾਂ ਦੇ ਮੁਖੀਆਂ ਨੂੰ ਆਪਣੀਆਂ ਦਲੀਲਾਂ ਦੇ ਦੁਆਰਾ ਚਿੱਤ ਕਰ ਦਿੱਤਾ ਹੈ ਅਤੇ ਇਹ ਮੈਨੂੰ ਵੀ ਚਿੱਤ ਕਰੇਗਾ। ਸੋ ਮਸਕੀਨ ਜੀ, ਕਿਉਂਕਿ ਇਹੋ ਜਿਹੜੀ ਰੂਹ ਹੁੰਦੀ ਹੈ ਨਾ, ਬਹੁਤ ਉੱਚੀ ਹੁੰਦੀ ਆ, ਅਤੇ ਇਸ ਰੂਹ ਦੇ ਉੱਤੇ 6ਵੀਂ ਪਾਤਸ਼ਾਹੀ, 7ਵੀਂ ਪਾਤਸ਼ਾਹੀ, 8ਵੀਂ ਪਾਤਸ਼ਾਹੀ ਭਾਵ ਕੀ ਹੈ ਕਿ ਸਾਰੇ ਗੁਰੂ ਸਾਹਿਬਾਨਾਂ ਦਾ ਪੂਰਨ ਹੱਥ ਹੁੰਦਾ ਹੈ। ਅਤੇ ਖਾਸ ਅਚੇਚੇ ਤੌਰ ਦੇ ਉੱਤੇ ਇਸੇ ਕਰਕੇ ਹੀ ਇਹੋ ਜਿਹੀਆਂ ਮਹਾਨ ਰੂਹਾਂ ਨੂੰ ਦੁਨੀਆ ਦੇ ਸਾਹਮਣੇ ਵਾਹਿਗੁਰੂ ਕਿਸੇ ਨਾ ਕਿਸੇ ਵਿਧੀ ਜਾਂ ਕਿਸੇ ਨਾ ਕਿਸੇ ਕਾਰਨ ਕਰਕੇ ਪ੍ਰਗਟ ਕਰਦਾ ਹੈਗਾ। ਸੋ ਜਦੋਂ ਮਸਕੀਨ ਜੀ ਨੇ ਨਾ 22 ਦਿੱਤੇ ਹੋਏ ਮਿੰਟਾਂ ਦੇ ਵਿੱਚ ਆਪਣੇ ਵਿਚਾਰ ਬੋਲਣੇ ਸ਼ੁਰੂ ਕਰ ਦਿੱਤੇ, ਤਾਂ ਫਿਰ ਉਸ ਟਾਈਮ ਜਿਹੜੇ ਪ੍ਰੋਫੈਸਰ ਸਾਲੂ ਜੀ ਸੀ, ਉਹਨਾਂ ਨੇ ਆਪਣੀਆਂ ਦਲੀਲਾਂ ਦੇ ਆਧਾਰ 'ਤੇ ਮਸਕੀਨ ਜੀ ਦੇ ਇਹਨੇ ਕੀਤੇ ਹੋਏ ਬਚਨਾਂ ਦਾ ਖੰਡਨ ਕਰਨਾ ਸ਼ੁਰੂ ਕਰ ਦਿੱਤਾ। ਅਤੇ ਇਸ ਖੰਡਨ ਦੇ ਮੰਡਣ ਦੇ ਵਿੱਚ ਹੀ ਜਿਹੜਾ ਸੀ ਉਹ ਕਾਫੀ ਸਮਾਂ ਜਿਹੜਾ ਸੀ ਇਸ ਤਰ੍ਹਾਂ ਲੰਘ ਗਿਆ। ਲੰਘਣ ਤੋਂ ਬਾਅਦ ਦੇਖੋ ਫਿਰ ਮਸਕੀਨ ਜੀ ਨੇ ਇੱਕ ਐਸਾ ਉਹਦੇ ਨਾਲ ਜਿਹੜਾ ਪ੍ਰਸ਼ਨ ਖੜਾ ਕੀਤਾ, ਜਿਹੜਾ ਪ੍ਰਸ਼ਨ ਦੇ ਨਾਲ ਸਾਲੂ ਨੂੰ ਵੀ ਮਜਬੂਰ ਕਰ ਦਿੱਤਾ ਕਿ ਉਹ ਆਪਣੀ ਵਿਚਾਰ ਨੂੰ, ਆਪਣੇ ਗਿਆਨ ਨੂੰ ਮੁੜ ਕੇ ਕਿਤਾਬਾਂ ਵਿੱਚ ਪੜ੍ਹੇ। ਸੋ ਉਹ ਬਚਨ ਕੀ ਸੀ ਮਸਕੀਨ ਜੀ ਦੇ ਅੰਦਰੋਂ ਜੋ ਉਸ ਟਾਈਮ ਪ੍ਰਗਟ ਹੋਇਆ ਸੀਗਾ ਕਿ ਪਿਤਾ ਕਾ ਜਨਮ ਕਹਿ ਜਾਣੇ ਪੂਤ, ਸਗਲ ਪਰੋਈ ਆਪਣੇ ਸੂਤ।
कि पिता का जन्म जिमें पुत्र नहीं जान सकता, इस करके सधारण बच्चा जिन्हें कुल करोड़ों ब्रह्मंड उस काल शक्ति ने पैदा किए वो बारे कौन जान सकता है। सो मस्कीन जी ने सालू जी नूं कहता सीगा कि तुसीं सानूं ये दसो कि तुहाडे पिता जी का की नाम है। ये जिहड़ी गल सी जिहनूं सुन के सालू जिहड़ा सी वो दंग रह गया, पर उन्हें मस्कीन जी नूं कहा कि अज मेरे पिता जी के नाम की इस 2 लाख के इकट्ठ दे विच की लोड़ पई। तो फिर मस्कीन जी ने आख्या सी कि लोड़ है तद असीं बोलदे हां। फिर सालू ने कहा सी कि मेरे पिता जी का नाम है श्री दलीप सालू के। जद इन्हें गल कही तो मस्कीन जी दे देखो निधड़क बचन 2 लाख दे भरे इकट्ठ दे विच मस्कीन जी ने कहता कि जे मैं तैनूं ये गल कहां कि मैनूं तेरे पिता जी ते शक है, फिर बस ये ऐसी गल सी कि जिहदे नाल सालू जिहड़ा सीगा वो भड़क उठिया। उन्हें भड़क दे विच मस्कीन जी नूं बहुत सारियां जिहड़ियां ऐसियां गल्लां कहीआं ते जिहदे नाल जिहड़े सी उत्थे बड़ा भारा विवाद होने का खतरा पैदा होया। पर मस्कीन जी ने बिना संकोच तो सारियां गल्लां सालू जी दियां सुनियां। सुनदे सार फिर मस्कीन जी ने जवाब दिता कि मैं तो सिर्फ तेरे पिता जी दे बारे शक की गल कीती सी, लेकिन ये नहीं सी कहा कि श्री दलीप सालू के जिहड़े तेरे पिता नहीं है। मैं तो सिर्फ शक की गल कीती सी। इस शक की गल दे उत्ते तैनूं इन्नी तड़फ लग गई आ कि तूं जिहड़ा बोलण लग्या भी कोई भी सोच विचार नहीं कीती। तो सानूं तूं ये दस कि जिहड़ा काल पुरख आ, जिहड़ा जगत पितामा है, जिन्हें कुल कैनात पैदा की है, कुल करोड़ां खंडां ब्रह्मंडां जीवन का जो दाता काल शक्ति है, अगर तू वो ते शक करेंगा तो उन्होंने फिर मनण वालियां दा जिहड़ा हैगा वो किन्ना हिरदा दुखेगा। बस ये जिहड़ी गल सी है ना, इन्हें फिर प्रोफैसर सालू जी नूं सोचण च मजबूर कर दिता सी। फिर मस्कीन जी ने यह भी आख्या सीगा कि जिमें तुसीं अपने पिता जी का नाम नहीं दस सकते, होंद नहीं दस सकते, सबूत नहीं दस सकते इहो ही मेरे पिता है, जिमें कहंदे तुहानूं तुहाडी माता जी ने दस्सिया कि श्री दलीप सालू के इहो ही तुहाडे पिता है। इस तरह साडे गुरु साहिबानां ने, साडे महापुरखां ने, संतां ने, रिशियां मुनि ने सानूं दस्सिया हैगा कि सब दे जिहड़े पितामा हैगे वो केवल ते केवल अकाल पुरख शक्ति हैगी आ। ਉਹ ही सारे नूं चलाउंदी आ, ਉਹ ही पालदी है, ਉਹ ही सब का ख्याल रखती है। जिस नूं फिर ये बचना दुबारा फिर 2 लाख के इकट्ठ के अंदर बहुत भारियां जिहड़ियां ताड़ियां वजियां सीगियां ते प्रोफैसर सालू के जी जिहड़े सी अपनी धुन नीवीं करके उन्हां टाइमां विच बैठ गए सी। फिर चाह दे टाइम प्रोफैसर सालू जी ने मस्कीन नूं आख्या सी कि तेरी इस गल ने मैनूं झंझोल के रख दिता हैगा। हुण कहंदे मैनूं लगदा है कि मैनूं हुण मुंड तो दुबारा जिहड़ी आ वो स्टडी करनी पऊगी, मैनूं दुबारा पढ़ना पऊगा। सो ये मस्कीन जी का एक जीवन दे विच पहला सर्व धर्म सम्मेलन दे विच जो उन्हां दा अपना निधड़क बचन सीगा, ये आप सारियां संगतां जाणदियां हैगियां। इस तरह उन्हां दे जीवन दे विच निधड़क बचनां दी तां इउं कह लो जिवें वारश हो गई हुंदी आ। भाव कि बहुत सारे आदमी मस्कीन जी दे पास हरेक धर्मां दे आए आ, पर कोई भी मस्कीन जी दे मोहरे खड़ा नहीं हो सकिया। क्यों? क्योंकि मस्कीन जी महापुरख बहुत उच्चे ते सुच्चे ख्यालों वाले सीगे। जिमें है ना उन्हां दे अंदर इन्नी पूर्ण शुद्धि सी, जिमें धर्म दे अंदर शुद्धि हुंदी आ, जां कह लो कि पूर्ण खालस सोना सी मस्कीन जी। जिमें बाबे नानक के घड़िए शब्द सच्ची टकसाल, वो सच्ची टकसाल की आत्मा मस्कीन जी होए आ। सो उन्हां दे जीवन के अगे है ना कोई भी किसी भी धर्म का कोई भी मनण वाला वो चाहे अपनियां बहुत सारियां दलीलां लैके भी पहुँचा हैगा, पर मस्कीन जी के बचनों के मोहरे उन्हें भी जिहड़े सी अपने गोडे टेक दिते हैं। जिवें आपां देखते हैं कि एक बार निरंकार मिशन के कुछ जिहड़े सी मैंबर वो मस्कीन जी कोल पहुँचे। उन्होंने फिर मस्कीन जी नूं कहता कि कल तुसीं है ना 10 साढ़े 10 टीवी के उत्ते एक खबर देखियो, क्योंकि असी सुधी इस खबर नूं तुहाडे तक पहुँचाउण वास्ते जां संसार 'च पहुँचाउण वास्ते टीवी दे विच प्रकाश कर रहे हैं। तो उहदे विच उन्हें दस्सिया सी कि साडा जिहड़ा निरंकारी मुखी है असी कल उहनूं रुपईयां दे नाल तोलांगे। जद ये गल हुई मस्कीन जी चुप कर गए, कहंदे चलो ठीक है। जद अगले दिन उन्होंने निरंकारी मुखी नूं अपने धर्म सम्मेलन दे विच रुपईयां दे नाल तोलिया, तो फिर वो सज्जन इकट्ठे होकर मस्कीन जी पास पहुँचे तो कहन लगे कि देखिया साडे गुरु जी की वडियाई कि असीं उन्होंने किवें रुपईयां दे नाल तोल दिता हैगा। जद इन्नी गल हुई तो मस्कीन जी कहन लगे, कहंदे देखो भाई
ਤੁਹਾਡੇ ਗੁਰੂ ਜੀ ਦੀ ਕੀਮਤ ਜਿੰਨੇ ਵੀ ਰੁਪਈਏ ਜਿਹੜੇ ਆ ਉਹਦੇ ਭਾਰ ਦੇ ਬਰਾਬਰ ਉਹਨੂੰ ਪਏ ਆ, ਬਸ ਓਨੀ ਹੈ। ਪਰ ਤੁਸੀਂ ਇੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਖੋ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੋਜ਼ ਹੀ ਲੱਖਾਂ ਸੰਗਤਾਂ ਜਿਹੜੀਆਂ ਹੈ ਉਹ ਲੱਖਾਂ ਰੁਪਈਏ ਮੱਥਾ ਟੇਕ ਕੇ ਜਾਂਦੀਆਂ, ਅਤੇ ਇਸ ਤਰ੍ਹਾਂ ਦੇ ਲੱਖਾਂ ਕਰੋੜਾਂ ਰੁਪਈਏ ਰੋਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆਂ ਦੇ ਉੱਤੇ ਭੇਟਾ ਹੁੰਦੇ ਆ। ਸੋ ਦੱਸੋ ਵੀ ਤੁਹਾਡੇ ਗੁਰੂ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਅੰਤਰ ਹੈ? ਜਦ ਮਸਕੀਨ ਜੀ ਨੇ ਇਹ ਗੱਲ ਕੀਤੀ ਫਿਰ ਉਹ ਜਿਹੜੇ ਸੱਜਣ ਸੀਗੇ ਚੁੱਪ ਕਰ ਗਏ। ਇਸੇ ਤਰ੍ਹਾਂ ਇੱਕ ਵਾਰੀ ਰਾਧਾ ਸਵਾਮੀਆਂ ਦੇ ਕੁਛ ਜਿਹੜੇ ਆਦਮੀ ਸੀਗੇ ਮਸਕੀਨ ਜੀ ਪਾਸ ਪਹੁੰਚੇ ਸੀ, ਉਹਨਾਂ ਨੇ ਵੀ ਦੇਹਧਾਰੀ ਗੁਰੂ ਦੇ ਉੱਤੇ ਵਿਚਾਰ ਜਿਹੜੀ ਸੀ ਰੱਖੀ ਸੀ ਮਸਕੀਨ ਜੀ ਦੇ ਨਾਲ। ਫਿਰ ਮਸਕੀਨ ਜੀ ਨੇ ਆਖਿਆ ਸੀ, ਕਹਿੰਦੇ ਦੇਖੋ ਭਾਈ, ਗੁਰੂ ਦੇਹ ਨਹੀਂ ਹੁੰਦੀ, ਗੁਰੂ ਸ਼ਬਦ ਹੁੰਦਾ ਹੈਗਾ। ਫਿਰ ਮਸਕੀਨ ਜੀ ਨੇ ਇਹ ਵਿਚਾਰ ਦਿੱਤੀ ਸੀ ਕਿ ਜਿਵੇਂ ਕੋਈ ਇਸਤਰੀ ਜਿਹੜੀ ਹੈ ਜਿਹਦਾ ਪਤੀ ਪਰਦੇਸ ਦੇ ਵਿੱਚ ਗਿਆ ਹੈਗਾ, ਜਦੋਂ ਉਹਦੀ ਚਿੱਠੀ ਜਦੋਂ ਉਸ ਆਪਣੀ ਪਤਨੀ ਨੂੰ ਆਉਂਦੀ ਆ, ਉਹਦੀ ਪਤਨੀ ਉਹ ਚਿੱਠੀ ਲੈ ਕੇ ਕਿਸੇ ਗਵਾਂਢੀ ਆਦਮੀ ਤੋਂ ਪੜ੍ਹਾਉਂਦੀ ਆ, ਪਰ ਉਸ ਚਿੱਠੀ ਵਿੱਚ ਜੋ ਲਿਖਿਆ ਹੁੰਦਾ ਹੂ ਬਹੂ ਉਹੀ ਗਵਾਂਢੀ ਪੜ੍ਹ ਕੇ ਸੁਣਾਉਂਦਾ ਹੈ। ਜਿਵੇਂ ਉਸ ਚਿੱਠੀ 'ਚ ਲਿਖਿਆ ਕਿ ਮੇਰੀ ਪਿਆਰੀ ਪਤਨੀ, ਅਤੇ ਗਵਾਂਢੀ ਵੀ ਇਹੋ ਕਹਿੰਦਾ ਕਿ ਮੇਰੀ ਪਿਆਰੀ ਪਤਨੀ। ਪਰ ਉਹ ਜਿਹੜੀ ਪਤਨੀ ਹੁੰਦੀ ਆ, ਜਿਹੜੀ ਚਿੱਠੀ ਪੜ੍ਹਾਉਂਦੀ, ਚੁੱਪ ਕਰਕੇ ਸੁਣਦੀ ਹੈ ਅਤੇ ਸ਼ਰਮਾਉਂਦੀ ਵੀ ਹੈ, ਪਰ ਉਹ ਜਿਹੜਾ ਚਿੱਠੀ ਪੜ੍ਹਨ ਵਾਲਾ ਹੈ ਉਹਨੂੰ ਆਪਣਾ ਪਤੀ ਨਹੀਂ ਮੰਨਦੀ। ਬਸ ਇਹੋ ਹੀ ਚੀਜ਼ ਹੈਗੀ ਆ ਕਿ ਸ਼ਬਦ ਜਿਹੜੇ ਹਨ ਜਿਨ੍ਹਾਂ ਨੂੰ ਅਸੀਂ ਪੜ੍ਹ ਕੇ ਸੰਗਤ ਦੇ ਵਿੱਚ ਸੁਣਾਉਂਦੇ ਹਾਂ, ਇਹ ਸ਼ਬਦ ਅਸਲ ਦੇ ਵਿੱਚ ਗੁਰੂ ਹੈ। ਜਿਵੇਂ ਉਹ ਇਸਤਰੀ ਜਿਹੜੀ ਹੈ ਆਪਣੇ ਪਤੀ ਦੀ ਚਿੱਠੀ ਨੂੰ ਪੜ੍ਹਦੀ ਹੈ, ਖੁਸ਼ ਹੁੰਦੀ ਹੈ ਅਤੇ ਉਹ ਤੋਂ ਸਦਕੇ ਜਾਂਦੀ। ਇਸ ਤਰ੍ਹਾਂ ਗੁਰੂ ਦੇ ਸਿੱਖ ਆਪਣੀ ਬਾਣੀ ਪੜ੍ਹਦੇ ਆ, ਸੁਣਦੇ ਆ ਤਾਂ ਉੱਥੋਂ ਸਦਕੇ ਜਾਂਦੇ ਆ, ਪਰ ਜਿਹੜਾ ਸੁਣਾਉਣ ਵਾਲਾ ਹੈਗਾ ਉਹਨੂੰ ਗੁਰੂ ਨਹੀਂ ਮੰਨਦੇ। ਜਦ ਇੰਨੀ ਗੱਲ ਹੋਈ ਤਾਂ ਇਹ ਵੀ ਜਿਹੜੇ ਸੱਜਣ ਸੀਗੇ ਇਹ ਵੀ ਚੁੱਪ ਕਰਕੇ ਮਸਕੀਨ ਜੀ ਦੇ ਕੋਲੋਂ ਚਲੇ ਗਏ ਸੀਗੇ। ਸੋ ਇਸ ਤਰ੍ਹਾਂ ਸਨਾਤਨ ਮੱਤ ਵਾਲੇ ਦਾ ਵੀ ਇੱਕ ਵਫਦ ਜਿਹੜਾ ਸੀ ਮਸਕੀਨ ਜੀ ਪਾਸ ਪਹੁੰਚਿਆ। ਉਹਨਾਂ ਨੇ ਵੀ ਇਹ ਸਵਾਲ ਮਸਕੀਨ ਜੀ ਦੇ ਅੱਗੇ ਰੱਖਿਆ ਸੀਗਾ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਰਾਜੇ ਹੋ ਸਕਦੇ ਹੈ, ਸੂਰਵੀਰ ਹੋ ਸਕਦੇ, ਪਰ ਸੰਤ ਨਹੀਂ ਹੋ ਸਕਦੇ। ਜਦੋਂ ਇੰਨੀ ਗੱਲ ਹੋਈ ਤਾਂ ਫਿਰ ਮਸਕੀਨ ਜੀ ਨੇ ਉਹਨਾਂ ਨੂੰ ਆਖਿਆ ਸੀਗਾ, ਤੁਸੀਂ ਸਾਨੂੰ ਇਹ ਦੱਸੋ ਕਿ ਤੁਸੀਂ ਸਨਾਤਨ ਮੱਤ ਦੇ ਵਿੱਚ ਹੋ ਕੇ ਕਿਸ ਇਸ਼ਟ ਦੀ ਪੂਜਾ ਕਰਦੇ ਹੋ? ਤਾਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਰਾਮ ਜੀ ਦੀ ਪੂਜਾ ਕਰਦੇ ਹਾਂ, ਰਾਮ ਜੀ ਨੂੰ ਮੰਨਦੇ ਹਾਂ, ਰਾਮ ਚੰਦਰ ਜੀ ਨੂੰ ਮੰਨਦੇ। ਇੰਨੀ ਗੱਲ ਹੋਈ ਤਾਂ ਮਸਕੀਨ ਜੀ ਆਖਣ ਲੱਗੇ, ਅੱਛਾ ਤੁਸੀਂ ਮੈਨੂੰ ਇਹ ਦੱਸੋ ਕਿ ਰਾਮ ਚੰਦਰ ਜੀ ਦਾ ਜਦੋਂ ਰਾਵਣ ਦੇ ਨਾਲ ਯੁੱਧ ਹੋਇਆ ਸੀ, ਕੀ ਉਹਨਾਂ ਨੇ ਰਾਵਣ ਨੂੰ ਆਪਣੀ ਅਪੀਲਾਂ ਦੇ ਨਾਲ ਜਿੱਤਿਆ ਸੀ, ਗਿਆਨ ਨਾਲ ਜਿੱਤਿਆ ਸੀ, ਦਲੀਲਾਂ ਨਾਲ ਜਿੱਤਿਆ ਸੀ, ਜਾਂ ਯੁੱਧ ਦੇ ਨਾਲ ਜਿੱਤਿਆ ਸੀ? ਜਦ ਇੰਨੀ ਗੱਲ ਹੋਈ ਤਾਂ ਇਹ ਵੀ ਜਿਹੜੇ ਮੈਂਬਰ ਸੀਗੇ ਸਨਾਤਨ ਮਤ ਦੇ, ਇਹ ਵੀ ਮਸਕੀਨ ਜੀ ਦੇ ਮੂਹਰੇ ਚੁੱਪ ਕਰ ਗਏ ਸੀ। ਫਿਰ ਮਸਕੀਨ ਜੀ ਨੇ ਕਿਹਾ ਸੀ, ਤੁਹਾਨੂੰ ਪਤਾ ਹੈਗਾ ਕਿ ਇਸ ਯੁੱਧ ਦੇ ਵਿੱਚ ਲੱਖਾਂ ਹੀ ਆਦਮੀ ਮਾਰੇ ਗਏ ਸੀਗੇ, ਤਾਂ ਪਰ ਤੁਸੀਂ ਦੇਖੋ, ਤੁਸੀਂ ਰਾਮ ਨੂੰ ਭਗਵਾਨ ਆਖਦੇ ਹੋ, ਅਤੇ ਲੇਕਿਨ ਕਲਗੀਧਰ ਮਹਾਰਾਜ ਬਾਰੇ ਤੁਸੀਂ ਆਖਦੇ ਹੋ ਕਿ ਮਹਾਰਾਜ ਸੰਤ ਨਹੀਂ ਹੋ ਸਕਦੇ, ਰਾਜੇ ਹੋ ਸਕਦੇ ਹੈ। ਜਦ ਮਸਕੀਨ ਜੀ ਨੇ ਇਹ ਬਚਨ ਧੜ ਹੋ ਕੇ ਇਹਨਾਂ ਸਨਾਤਨ ਮਤ ਵਾਲੇ ਜਿਹੜੇ ਪ੍ਰੇਮੀ ਸੀ ਇਹਨਾਂ ਨਾਲ ਕੀਤੇ, ਫਿਰ ਇਹ ਵੀ ਮਸਕੀਨ ਜੀ ਦੇ ਮੂਹਰੇ ਚੁੱਪ ਕਰਕੇ ਆਪ ਉੱਥੋਂ ਚਲੇ ਗਏ ਸੀਗੇ। ਭਾਵ ਕੀ ਆ, ਮਸਕੀਨ ਜੀ ਦੇ ਜੀਵਨ ਦੇ ਵਿੱਚ ਕੋਈ ਵੀ ਬੰਦਾ ਆਉਂਦਾ ਸੀ ਹੈ ਨਾ, ਬਿਲਕੁਲ ਨਿਧੜਕ ਬਚਨ ਹੋ ਕੇ ਉਹਨੂੰ ਬਿਲਕੁਲ ਸੱਚੀ ਅਤੇ ਸੁੱਚੀ ਸੇਧ ਦਿੰਦੇ ਸੀਗੇ। ਇੱਕ ਵਾਰੀ ਮਸਕੀਨ ਜੀ ਜਿਹੜੇ ਸੀ ਕਿਸੇ ਸਿੱਖ ਧਰਮ ਦਾ ਜਿਹੜਾ ਡੇਰਾ ਸੀ ਉੱਥੇ ਪਹੁੰਚੇ। ਸੋ ਉੱਥੋਂ ਦੇ ਜਿਹੜੇ ਮੁਖੀ ਸੀ ਜਾਂ ਸੇਵਾਦਾਰ ਸੀ, ਉਹਨਾਂ ਨੇ ਮਸਕੀਨ ਜੀ ਨੂੰ ਉਸ ਡੇਰੇ ਦੇ ਵਿੱਚ ਜਿੰਨੇ ਵੀ ਰੂਮ ਏਅਰ ਕੰਡੀਸ਼ਨ ਬਣੇ ਸੀਗੇ ਉਹ ਸਾਰੇ ਦਿਖਾਲੇ। ਉਸ ਤੋਂ ਬਾਅਦ ਉਸ ਡੇਰੇ ਦੇ ਵਿੱਚ 35-40 ਗੱਡੀਆਂ ਜਿਹੜੀਆਂ ਨਵੀਆਂ ਸੀਗੀਆਂ ਉਹ ਵੀ ਦਿਖਾ ਲਈਆਂ, ਅਤੇ ਨਾਲ ਇੱਥੋਂ ਵੀ ਦਿਖਾ ਲਿਆ ਕਿ ਇਸ ਡੇਰੇ ਦੇ ਵਿੱਚ ਅਸੀਂ ਖੁਦ ਆਪਣਾ ਪੈਟਰੋਲ ਪੰਪ ਵੀ ਲਾਇਆ ਹੈ। ਇਹ ਦਿਖਾਉਣ ਤੋਂ ਬਾਅਦ ਜਦ ਮਸਕੀਨ ਜੀ ਦੇ ਨਾਲ ਉਹ ਬੈਠੇ ਅਤੇ ਉਹਨਾਂ ਪ੍ਰੇਮੀਆਂ ਨੇ ਮਸਕੀਨ ਜੀ ਨੂੰ ਆਖਿਆ ਕਿ ਤੁਸੀਂ ਸਾਡੇ ਡੇਰੇ ਦੀ ਤਰੱਕੀ ਦੇਖੀ ਕਿ ਸਾਡਾ ਡੇਰਾ ਕਿੰਨੀ ਚੜ੍ਹਦੀ ਕਲਾ ਦੇ ਵਿੱਚ ਹੈ। ਅਤੇ ਫਿਰ ਮਸਕੀਨ ਜੀ ਨੇ ਆਖਿਆ ਸੀ, ਕਹਿੰਦੇ ਭਾਈ ਡੇਰੇ ਜਿਹੜੇ ਹੁੰਦੇ ਆ, ਇਹ ਜਿਹੜੀਆਂ ਬਿਲਡਿੰਗਾਂ ਹੈਗੀਆਂ ਇਹ ਤਾਂ ਕਿਸੇ ਵਿਅਕਤੀ ਦੀ ਹੋ ਸਕਦੀ ਆ, ਪਰ ਇੱਥੇ ਜਿਹੜੀ ਤੁਸੀਂ ਤਰੱਕੀ ਦੀ ਗੱਲ ਕਰਦੇ ਹੋ ਨਾ ਵੀ ਗੁਰੂ ਘਰ ਹੈ, ਇਹ ਗੁਰੂ ਘਰ ਦੇ ਵਿੱਚ ਇਹ ਚੀਜ਼ਾਂ ਨਹੀਂ ਸੋਭਦੀਆਂ। ਕਿਉਂ? ਗੁਰੂ ਘਰ ਦੇ ਵਿੱਚ ਕੇਵਲ ਤੇ ਕੇਵਲ ਗਿਆਨ ਹੈ। ਗੁਰੂ ਘਰ ਦੇ ਵਿੱਚ ਆਉਣ ਵਾਲੀ ਸੰਗਤ ਦੇ ਅੰਦਰ ਆਪਾਂ ਇਹ ਦੇਖਣਾ ਹੈਗਾ ਕਿ ਉਹਨਾਂ ਨੂੰ ਗੁਰੂ ਘਰ ਬਾਰੇ ਕਿੰਨੀ ਜਾਣਕਾਰੀ ਹੈ, ਗੁਰਬਾਣੀ ਦੀ ਕਿੰਨੀ ਜਾਣਕਾਰੀ ਹੈ, ਉਹਨਾਂ ਦੀ ਆਤਮਿਕ ਰੂਹਾਨੀਅਤ ਕਿੰਨੀ ਤਰੱਕੀ ਹੈ। ਅਸਲ ਦੇ ਵਿੱਚ ਗੁਰਦੁਆਰੇ ਦਾ ਮਤਲਬ ਹੀ ਰੂਹਾਨੀ ਤਰੱਕੀ ਦਾ ਪ੍ਰਤੀਕ ਹੈ, ਨਾ ਕਿ ਇਹਨਾਂ ਬਿਲਡਿੰਗਾਂ ਦਾ, ਨਾ ਗੱਡੀਆਂ ਦਾ, ਨਾ ਏਅਰ ਕੰਡੀਸ਼ਨਾਂ ਦਾ, ਨਾ ਪੈਟਰੋਲ ਪੰਪ ਦਾ। ਜਦ ਮਸਕੀਨ ਜੀ ਉਹਨਾਂ ਨੇ ਉਹਨਾਂ ਦੇ ਨਾਲ ਵੀ ਇਸ ਤਰ੍ਹਾਂ ਦੇ ਧੜਕ ਬਚਨ ਕੀਤੇ ਸੀ ਹੈ ਨਾ, ਇਹ ਜਿੰਨੇ ਵੀ ਜਿਹੜੇ ਡੇਰੇ ਦੇ ਮੁਖੀ ਸੀ ਇਹ ਵੀ ਚੁੱਪ ਕਰ ਗਏ ਸੀ। ਇਸੇ ਤਰ੍ਹਾਂ ਮਸਕੀਨ ਜੀ ਉਹਨਾਂ ਨੇ ਜੀਵਨ ਦੇ ਵਿੱਚ ਦੱਸਿਆ ਹੈ ਕਿ ਇੱਕ ਵਾਰੀ ਬਹੁਤ ਹੀ ਕਿਸੇ ਅਮੀਰ ਆਦਮੀ ਦੀ ਜਿਹੜੀ ਸ਼ਾਦੀ ਸੀਗੀ ਉਹ ਹੋ ਰਹੀ ਸੀ। ਕਹਿੰਦੇ ਸਾਨੂੰ ਉੱਥੇ ਕਥਾ ਵਾਸਤੇ ਬੁਲਾਇਆ ਸੀ, ਪਰ ਕਹਿੰਦੇ ਜਦੋਂ ਅਸੀਂ ਪਹੁੰਚੇ ਸਾਨੂੰ ਪਤਾ ਲੱਗਾ ਕਿ ਜੇ ਸ਼ਖਸ ਦੀ ਸ਼ਾਦੀ ਹੋ ਰਹੀ ਆ
ਉਹਦੀ ਉਮਰ 70 ਸਾਲ ਦੀ ਆ, ਪਰ ਜਿਹੜੀ ਲੜਕੀ ਉਹਦੇ ਨਾਲ ਸ਼ਾਦੀ ਕਰਾ ਰਹੀ ਉਹਦੀ ਤਕਰੀਬਨ 30 ਸਾਲ ਦੇ ਕਰੀਬ ਆ। ਤੇ ਸਾਨੂੰ ਕਹਿੰਦੇ ਇਹ ਵੀ ਪਤਾ ਲੱਗਾ ਵੀ ਲੜਕੀ ਵੀ ਆਪਣੀ ਖੁਸ਼ੀ ਦੇ ਨਾਲ ਕਰਾ ਰਹੀ ਆ, ਪਰ ਮਸਕੀਨ ਜੀ ਨੇ ਉੱਥੇ ਕਥਾ ਕਰਨ ਤੋਂ ਜਿਹੜਾ ਸੀ ਆਪਣੇ ਆਪ ਨੂੰ ਨਾ ਕਰ ਦਿੱਤੀ ਸੀ। ਉੱਥੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਸ਼ਾਦੀ 'ਤੇ ਕਥਾ ਨਹੀਂ ਕਰਨੀ। ਕਿਉਂਕਿ ਆ ਜਿਹੜਾ 70 ਸਾਲ ਦਾ ਲੜਾ ਹੈ, ਇਹਦੀ 30 ਸਾਲ ਦੀ ਲੜਕੀ ਦੇ ਨਾਲ ਚਾਹੇ ਬਿਲਕੁਲ ਹੀ ਮਰਜ਼ੀ ਨਾਲ ਸ਼ਾਦੀ ਹੋ ਰਹੀ ਆ, ਪਰ ਇਹ ਸ਼ਾਦੀ ਜਿਹੜੀ ਹੈ ਇਹ ਗੁਰਮਰਜ਼ਾਦਾ ਦੇ ਅਨੁਕੂਲ ਨਹੀਂ ਹੈ, ਉਲਟ ਹੈ। ਇਹ ਸ਼ਾਦੀ ਨਹੀਂ, ਇਹ ਮਾਇਆ ਦਾ ਹੀ ਜਿਹੜਾ ਹੈ ਨਾ ਵਿਆਹ ਹੋ ਰਿਹਾ ਹੈਗਾ। ਸਿਰਫ ਪੈਸੇ ਦੀ ਬਰਾਤ ਹੈ, ਨਾ ਕਿ ਕਿਸੇ ਕਾਨੂੰਨ ਦੀ, ਨਾ ਕਿਸੇ ਅਸੂਲ ਦੀ। ਉੱਥੋਂ ਫਿਰ ਮਸਕੀਨ ਜੀ ਜਿਹੜੇ ਸੀਗੇ ਉੱਥੋਂ ਵੀ ਆ ਗਏ ਸੀ। ਭਾਵ ਕੀ ਆ, ਇਸ ਤਰ੍ਹਾਂ ਦੀ ਮਸਕੀਨ ਜੀ ਦੇ ਜੀਵਨ ਦੇ ਅੰਦਰ ਇਸ ਤਰ੍ਹਾਂ ਦੀਆਂ ਅਨੇਕਾਂ ਐਸੀਆਂ ਘਟਨਾਵਾਂ ਜਿਹੜੀਆਂ ਆਈਆਂ ਹੈ ਕਿ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਮਸਕੀਨ ਜੀ ਦਾ ਜੀਵਨ ਆਪਣਾ ਕਿੰਨਾ ਉੱਚਾ ਤੇ ਸੁੱਚਾ ਸੀਗਾ। ਤੇ ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਆਪਣੇ ਬਚਨਾਂ ਦੇ ਨਾਲ ਸੰਗਤ ਦੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਦੋ ਰਾਏ ਨਹੀਂ ਕੀਤੀ। ਭਾਵ ਕਿ ਜੋ ਸੱਚ ਸੀਗਾ ਹੈ ਨਾ, ਉਹ ਸੱਚ ਦੇ ਉੱਤੇ ਪਹਿਰਾ ਦਿੱਤਾ ਤੇ ਸੱਚ ਦੇ ਨਾਲ ਜੋੜਿਆ। ਇਸੇ ਕਰਕੇ ਜਿਵੇਂ ਕਲਗੀਧਰ ਮਹਾਰਾਜ ਨੇ ਕਿਹਾ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ, ਰਹਿਤ ਪਿਆਰੀ ਹੈ ਸਿੱਖ ਨਹੀਂ ਪਿਆਰਾ। ਇਹੋ ਹੀ ਜਿਹੜਾ ਜੋ ਮਰਜ਼ਾਦਾ ਦਾ ਅਸੂਲ ਆ ਮਸਕੀਨ ਜੀ ਦੇ ਆਪਣੇ ਜੀਵਨ ਦਾ ਮੁੱਢਲਾ ਅਸੂਲ ਸੀਗਾ। ਕਿਉਂਕਿ ਉਹਨਾਂ ਨੇ ਜੋ ਵੀ ਚੀਜ਼ ਦੇਖੀ ਹੈ ਨਾ, ਉਹ ਰਹਿਤ ਮਰਜ਼ਾਦਾ ਦੇ ਧਾਰਨ ਹੋ ਕੇ ਦੇਖੀ ਹੈ, ਨਾ ਕਿ ਕਿਸੇ ਦਾ ਆਪਣਾ ਭੇਖ ਦੇਖਿਆ ਹੈਗਾ। ਸੋ ਕਹਿਣ ਤੋਂ ਭਾਵ ਇਹ ਹੈ ਕਿ ਮਸਕੀਨ ਜੀ ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਜਿੱਥੇ ਲੱਖਾਂ ਹੀ ਸੰਗਤਾਂ ਨੂੰ ਕਥਾ ਵਿਚਾਰਾਂ ਦੇ ਨਾਲ ਜੋੜਿਆ ਹੈਗਾ ਤੇ ਉਹਨਾਂ ਨੂੰ ਸੱਚਾ ਸੁੱਚਾ ਜੀਵਨ ਦਿੱਤਾ ਹੈ। ਅੱਜ ਵੀ ਲੱਖਾਂ ਹੀ ਪੁਰਾਣੀ ਮਸਕੀਨ ਜੀ ਦੇ ਜੀਵਨ ਤੋਂ ਸੇਧ ਲੈ ਕੇ ਆਪਣੇ ਜੀਵਨ ਨੂੰ, ਆਪਣੀ ਜ਼ਿੰਦਗੀ ਨੂੰ ਸ਼ਿੰਗਾਰ ਰਹੇ ਆ ਤੇ ਇਹ ਉਹਨਾਂ ਦਾ ਲੋਕ ਵੀ ਸੁਖੀ ਹੋ ਰਿਹਾ ਤੇ ਪਰਲੋਕ ਵੀ ਸੁਖੀ ਹੋ ਰਿਹਾ ਹੈ। ਸੋ ਇੰਨੇ ਵਜਨ ਕਰਦਾ ਹੋਇਆ 10 ਖੇਮਾਂ ਦਾ ਜਾਚਕ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖੇਬਾਂ ਬਖਸ਼ਣੀ। ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।